ਤੈਨੂੰ ਸਕੂਨ नहीं मिलेगा। ਉੱਥੇ ਰੱਬ ਦੀ ਵੀ ਸੇਵਾ नहीं। महाराज ਕਹਿੰਦੇ ਉਹ ਘਰ ਖਿਰਦਾ ਘਰ ਤੇ ਬਾਹਰਲਾ ਘਰ ਜਿਹ ਸ਼ਰੀਰ ਰਹਿੰਦੇ ਆ। ਇਹਨੂੰ ਨਾਲ ਨਾਲ ਸਮਝੀ ਜਾਣਾ। महाराज मेहर कर दे ते घर मरहट सारखे। महाराज कहते वो घर हिरदे किहो जे ने जिथे रब दे प्यारियां दा तिरस्कार हुंदा है, निरादर हुंदा है। वो घर किहो जे ने कहते मरहट। मरहट कहते शमशान भूमि नूं, शमशान भूमि नूं जिथे मुर्दे दफन किए जाते, मुर्दे संस्कारे जाते, साड़े जाते ने, ਉਹਨੂੰ ਮਰਹਟ ਕਹਿੰਦੇ ਨੇ। ਮਹਾਰਾਜ ਕਹਿੰਦੇ ਉਹਦਾ ਘਰ ਮਰਹਟ ਸਾਰਖੇ। ਸਾਰਖੇ ਮੈਂ ਨਾ ਸਰੀਖਾ ਵਰਗਾ। ਕਹਿੰਦੇ ਉਹ ਘਰ ਸ਼ਮਸ਼ਾਨ ਭੂਮੀ ਵਰਗਾ ਹੈ, ਸ਼ਮਸ਼ਾਨ ਭੂਮੀ ਵਰਗਾ ਹੈ, ਉਹਦੀ ਬਰਾਬਰ ਹੈ। ਉਹ ਹਿਰਦਾ ਜਿਹਦੇ ਵਿੱਚ ਗੁਰਸਿੱਖਾਂ ਲਈ ਭਾਵਨਾ ਸਤਿਕਾਰ ਨਹੀਂ, ਜਿਹਦੇ ਵਿੱਚ ਸਾਧੂਆਂ ਲਈ ਸਤਿਕਾਰ ਨਹੀਂ, ਸੰਤਾਂ ਲਈ ਸਤਿਕਾਰ ਨਹੀਂ, ਭਗਤਾਂ ਲਈ ਸਤਿਕਾਰ ਨਹੀਂ, ਔਰ ਬਾਣੀ ਪੜਨ ਵਾਲਿਆਂ ਗੁਰਸਿੱਖਾਂ ਲਈ ਸਤਿਕਾਰ ਨਹੀਂ। ਮਹਾਰਾਜ ਕਹਿੰਦੇ ਉਹ ਜਿਹੜਾ ਘਰ ਆ ਨਾ ਮਰਹਟ ਸਾਰਖੇ। ਮਹਾਰਾਜ ਕਹਿੰਦੇ ਉਹ ਸ਼ਮਸ਼ਾਨ ਭੂਮੀ ਵਰਗਾ ਹੈ। ਤੇ ਉਹ ਬਾਹਰਲੇ ਘਰ ਅੰਦਰ ਵਸਣ ਵਾਲੇ ਜਿਹੜੇ ਆ ਨਾ ਜੀਵ, ਭੂਤ ਬਸੇ ਤਿੰਨ ਮਾਹੇ। ਜਿਵੇਂ ਇੱਕ ਆਸ ਕੀਤੀ ਜਾਂਦੀ ਨਾ ਸ਼ਮਸ਼ਾਨ ਭੂਮੀ ਵਿੱਚ, ਮੜੀਆਂ ਵਿੱਚ, ਮਸਾਨਾਂ ਵਿੱਚ ਇੱਥੇ ਭੂਤਾਂ ਹੀ ਵਸਦੀਆਂ ਨੇ। ਕਹਿੰਦੇ ਤੁਰੀਆਂ ਫਿਰਦੀਆਂ ਭੂਤਾਂ ਵਸਦੀਆਂ ਨੇ ਉਸ ਘਰ ਦੇ ਵਿੱਚ। ਉਹ ਸ਼ਮਸ਼ਾਨ ਭੂਮੀ ਹੈ। ਹਿਰਦਾ ਘਰ ਜਿਹੜਾ ਹੈ ਜਿਹਦੇ ਵਿੱਚ ਰੱਬ ਦੇ ਪਿਆਰਿਆਂ ਦਾ ਸਤਿਕਾਰ ਨਹੀਂ, ਤਿਰਸਕਾਰ ਹੈ। ਮਹਾਰਾਜ ਸਾਹਿਬ ਕਹਿੰਦੇ ਉਹ ਹਿਰਦਾ ਘਰ ਨਹੀਂ, ਉਹਦੇ ਅੰਦਰ ਵਸਣ ਵਾਲੀਆਂ ਵਿਚਾਰਾਂ ਭਾਵਨਾ ਭੂਤਾਂ ਦੀ ਨੁਮਾਇ। ਹੋਰ ਕਿਹੜੇ ਤੈਨੂੰ ਭੂਤ ਚਿੰਬੜਨੇ ਨੇ? ਮਹਾਰਾਜ ਸਾਹਿਬ ਕਹਿੰਦੇ ਇਹੀ ਭੂਤ ਤੈਨੂੰ ਟਿਕਣ ਨਹੀਂ ਦਿੰਦੇ। ਇਹ ਬਣਾਉਣਾ ਸੀ ਭਗਵਾਨ ਦਾ ਘਰ। ਬਾਹਰਲੇ ਘਰ ਵਿੱਚ ਭਗਵਾਨ ਆਵੇ, ਸੁਖ ਆਉਣਗੇ। ਹਿਰਦੇ ਘਰ ਵਿੱਚ ਭਗਵਾਨ ਆਵੇ, ਉਹਨੂੰ ਅਰਾਧੇ ਸੁਖ ਮਿਲਣਗੇ। ਪਰ ਸ਼ਮਸ਼ਾਨ ਭੂਮੀ ਬਣਾ ਦਿੱਤੀ, ਸ਼ਮਸ਼ਾਨ ਘਾਟ ਬਣਾ ਦਿੱਤਾ। ਸ਼ਮਸ਼ਾਨ ਘਾਟ ਵਿੱਚ ਮੁਰਦੇ ਦਫਨ ਕੀਤੇ ਜਾਂਦੇ ਨੇ। ਮੁਰਦੇ ਜਿਹੜੇ ਨੇ ਔਰ ਸੰਸਕਾਰੇ ਜਾਂਦੇ ਨੇ। ਤੇਰੇ ਹਿਰਦੇ ਅੰਦਰ ਸ਼ਮਸ਼ਾਨ ਦੀ ਚਿਖਾ ਵਾਂਗ ਅੱਗ ਈਰਖਾ ਦੀ ਮਚਦੀ ਪਈ ਹੈ। ਸਭਨਾਂ ਨੂੰ ਸਾੜਨ ਤੇ ਤੁਲਿਆ ਹੋਇਆ। ਤੇਰੇ ਅੰਦਰ ਸਾੜਾ। ਦੂਜਾ ਅੱਗੇ ਕਿਉਂ ਵੱਧ ਗਿਆ? ਦੂਜੇ ਨੂੰ ਦੇ ਕਿਉਂ ਕੁਝ ਦਿੱਤਾ? ਆ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ? ਮਹਾਰਾਜ ਕਹਿੰਦੇ ਮੱਚਦਾ ਹੈ ਸ਼ਮਸ਼ਾਨ ਦੀ ਤਰ੍ਹਾਂ। ਤੇ ਜਿੱਥੇ ਇੰਨੀ ਅੱਗ ਮਚ ਰਹੀ ਹੋਵੇ ਉਹ ਮੁਰਦੇ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਨਾ, ਤੇ ਤੂੰ ਕਿਵੇਂ ਟਿਕਿਆ ਰਹਿ ਸਕਦਾ ਹੈ? ਕਿਹੜੀ ਸ਼ਾਂਤੀ ਭਾਲਦਾ ਹੈ? ਤੇਰੇ ਹਿਰਦੇ ਅੰਦਰ ਭਾਵਨਾ ਨਹੀਂ ਬਣੀ ਤਾਂ। ਮਹਾਰਾਜ ਕਬੀਰ ਸਾਹਿਬ ਕਹਿੰਦੇ ਉਹ ਘਰ ਐਸਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਬੀਰ ਸਾਹਿਬ ਨੇ ਕਿਹਾ ਫਿਰ ਰੱਬ ਦਾ ਨਾਮ ਕੈਸਾ ਹੈ? ਤੁਸੀਂ ਕਿਵੇਂ ਸੁਣਿਆ? ਤੁਸੀਂ ਵੀ ਤਾਂ ਸੰਸਾਰ ਵਿੱਚ ਰਹਿੰਦੇ ਹੋ ਨਾ। ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਸਜਣਾ ਮੈਨੂੰ ਪੁੱਛਦਾ। ਕਹਿ ਲੱਗੇ ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ। ਕਹਿੰਦੇ ਭਗਵਾਨ ਨੂੰ ਜਪਣ ਵਾਸਤੇ, ਭਗਵਾਨ ਦੇ ਮਾਰਗ ਤੇ ਟੁਰਨ ਵਾਸਤੇ, ਭਗਵਾਨ ਨੂੰ ਪਾਉਣ ਵਾਸਤੇ ਜ਼ਬਾਨ ਤੋਂ ਮੈਂ ਗੂੰਗਾ ਹੋ ਗਿਆ ਹੈ। ਔਰ ਜ਼ਬਾਨ ਮੇਰੀ ਕੁਝ ਹੰਕਾਰ ਦੇ, ਨਿੰਦਿਆ ਦੇ ਬੋਲ, ਝੂਠ ਦੇ ਬੋਲ ਨਹੀਂ ਬੋਲਦੀ। ਇਹ ਝੂਠ ਨਹੀਂ ਬੋਲਦੀ, ਹੰਕਾਰ ਦੇ ਬੋਲ ਨਹੀਂ ਬੋਲਦੀ, ਔਰ ਬਹੁਤਾ ਨਹੀਂ ਬੋਲਦੀ। ਇਸ ਕਰਕੇ ਮੈਂ ਗੂੰਗਾ ਹੋ ਗਿਆ ਹੈ। ਮਹਾਰਾਜ ਕਹਿੰਦੇ ਬਹਿਰਾ ਹੁਆ ਕਾਨ। ਤੇ ਜਿਹੜਾ ਸੰਸਾਰ ਵੱਲ ਦੀਆਂ ਚਤਰਾਈਆਂ ਹੈ ਨਾ, ਇਹਦੇ ਵੱਲੋਂ ਬਾਵਰਾ ਹੋ ਗਿਆ। ਸੰਸਾਰੀਆਂ ਵਿੱਚ ਚਲਾਕੀਆਂ ਬੜੀਆਂ ਨੇ। ਔਰ ਝੂਠ ਨਾ ਬੋਲਣਾ, ਹੰਕਾਰ ਦੇ ਬੋਲ ਨਾ ਬੋਲਣਾ, ਇਹ ਜਿਹੜਾ ਆ ਗੂੰਗਾਪਨ ਹੈ। ਕਬੀਰ ਸਾਹਿਬ ਕਹਿੰਦੇ ਮੇਰੇ ਕੋਲ ਜਿਹੜਾ ਸੰਸਾਰ ਦੀਆਂ ਚਲਾਕੀਆਂ ਚੁਤਰਾਈਆਂ ਛੱਡ ਦੇਣੀਆਂ, ਇਹ ਕਹਿੰਦੇ ਕਿ ਬਾਵਰਾ ਹੋ ਗਿਆ। ਉਹ ਮੈਂ ਕਰਦਾ ਨਹੀਂ ਕਿਸੇ ਨਾਲ ਚਲਾਕੀਆਂ ਚਾਤਰੀਆਂ। ਤੇ ਲੋਕ ਕਹਿੰਦੇ ਪਾਗਲ ਹੈ। ਕਬੀਰ ਨੂੰ ਪਾਗਲ ਕਿਹਾ, ਕਬੀਰ ਨੂੰ ਦੀਵਾਨਾ ਕਿਹਾ, ਬੌਰਾ ਕਿਹਾ, ਝੱਲਾ ਕਿਹਾ। ਕਹਿੰਦੇ ਲੋਕ ਐਉਂ ਕਹਿੰਦੇ ਆ
इधर दियां मैं गल्लां चलाकियां वालियां सुननियां भी छड़ दित्तियां, करनियां भी छड़ दित्तियां ने। महाराज कहंदे बहरा हुआ कान और निंदिया सुननी, कबोल लोकां दे सुनने, इधर कन मूंद लए ने, ये नहीं हुण मेरे कन सुनते, हुण परमात्मा दा नाम सुनते ने। इधरले पास्यों कन्ना तो मैं बोला हो गया है, लोग आवाज़ां मारदे हो रहा कबीर तेनू आ गल सुनाइए, आ मसला है, सुनता ही नहीं, तुरिया ही जाता है, सुनता ही नहीं, तुरिया ही जाता है। भगवान की गल है, भगत की आवाज़ कबीर नूं सुनदी है, संसार दे वाजे वजदे ने कबीर नूं नहीं सुनते। कबीर कहंदे बहरा हो गया है, ये मेरे च बहरा पाने, ये मेरे च बावरा पाने, ये मेरा गूंगा पाने। महाराज साहब कहंदे पावो ते पिंगल भया, पावो बहना हुंदा है पैर, पैरां तो पिंगला हो गया है। पिंगला उहनूं कहंदे ने जिहड़ा चल ना सके। मेरे कदम जिहड़े ने कुछ संगत विच माड़े पासे चल के नहीं जाते, इस पास्यों मैं पिंगला हो गया। कोई कहे भी उधर नूं कदम वधदे नहीं, एक कदमां तो मैं पिंगला हो गया है। महाराज साहब कहंदे कदों दा मारिया सतगुर बाण, जद गुरु ने बचन किया ना कि निंदिया नहीं हो सुननी, जद गुरु ने कहा लोगों दियां चतराइयां जिहड़ियां ने ये नाल नहीं हो चलनियां, जद गुरु ने कहा जबान तो झूठ नहीं हो बोलना, सच बोलना, सिमरन करना ही। कह लगे जो गुरु ने कहा कि कुसंगत वाल माड़े पासे नहीं चल के जाना, कहते सारे दे सारे वो बचना रूपी बाण ने जद जुबान दे कमान ते चढ़ा के छड़िया, मैनू पिंगला कर देता है, बहरा कर देता है, झल्ला कर देता है, बोला कर देता है। मेरे कदम माड़े पासे नू अगे वधदे रुक गए। महाराज कबीर साहब बचन नू स्पष्ट करदे आ, कहंदे कबीर सतगुर सूरमे बाह्या बानन जो एक, सतगुरु बहादुर ने सूरमे ने एक बाण जिहड़ा बाह्या मारिया, जिहड़ा सिन के तीर मारिया ना, कहंदे लागत ही पुंगिर परिया। पहला कहंदा सी बड़ा मैं वड्डा भगत हां, बड़ा मैं संग लैके तुरदा है, बड़े मेरे साथी नाल टुरदे ने, ते फिर असी बड़े सेवा करदे हां, बड़ियां नूं रब वल नूं लैके टुरदे हां, बड़ी भगती करना, बड़ियां वड्डियां वड्डियां डींगा मारदा सी, हंकार करदा सी। महाराज साहब कहंदे जदों गुरु ने बाण मारिया, बचन कीता ना कि सजना हंकार ही, सूक्ष्म हंकार ही, इन्हें तेनू निरंकार नहीं मिलन देना। महाराज कहंदे भी छड़ देता, कह देता वैगुरु तू जपाउणा है ते जपिया जांदा है, तू नितनेम कराउणा है ते कीता जांदा है। महाराज तू गुरुद्वारे मंदिर मस्जिद लैके जाना है ते जाया जा सकता है, मेरे अंदर ताकत नहीं मैं कुछ कर सका, बह गया है। और लागत ही भुएंगिर परिया, थले आ गया है, निम्रता विच आ गया है, हंकार खत्म कर देता है। परा कलेजे शेक हिरदा विन्निया गया बचना दे नाल। महाराज तू एडी कृपा कीती, मैनू ये बचन कहे भी ते समझाए भी कि इस पासों बचना कर। महाराज साहब कहंदे कलेजा छननी छननी हो गया है, जिहड़ा हंकार दे नाल बड़ा फुलिया सी, वो जद छननी शेक होया, वो हंकार दी फूक निकल गई, हुण निम्रता विच आ गया, निर्मानता विच आ गया। महाराज कबीर साहब कहंदे कबीर निर्मल बूंद आकाश की, पर गए भूम बेकार। कह लगे आकाश दी निर्मल बूंद, मीह पैंदा है उहदे अंदर स्वांती बूंदां जिहड़ियां डिगदियां ने, ਉਹ ਕਲਰਾਖੀ ਜ਼ਮੀਨ ਦੇ ਅੰਦਰ ਬੰਜਰ ਜ਼ਮੀਨ ਦੇ ਅੰਦਰ ਡਿੱਗ ਪਵੇ ਤੇ ਉਹ ਬੂੰਦ ਬੇਕਾਰ ਚਲੀ ਜਾਂਦੀ, ਵਿਅਰਥ ਚਲੀ ਜਾਂਦੀ। ਅਗਰ ਉਪਜਾਊ ਜ਼ਮੀਨ ਦੇ ਅੰਦਰ ਡਿੱਗ ਪਵੇ ਉਥੋਂ ਪਤਾ ਨਹੀਂ ਕੀ ਕੁਝ ਪੈਦਾ ਕਰ ਦਿੰਦੀ ਹੈ। ਮਹਾਰਾਜ ਸਾਹਿਬ ਕਹਿੰਦੇ परमात्मा की बख्शिश नाम रूपी बूंद कतरा ਉਹਦੀ ਕਿਰਪਾ ਦਾ ਜਿਹੜਾ ਹੈ, ਕਿਣਕਾ ਜਿਹੜਾ ਉਹਦੀ ਕਿਰਪਾ ਦਾ ਹੈ,
महाराज साहब कहते वो किदे निशरद कदे और रब वाले पासे तो हीना जिहड़ा सी ना उस कलरखी जमीन विच डिग पई, व्यर्थ चली गई। ਉਹਨੂੰ उपदेश दिता, व्यर्थ चला गया, समा बर्बाद होया, क्योंकि ना उन्हें जपना है ना उन्हें धारण करना है। ਉਹਦੇ ਨਾਲ मत्था मारिया, पत्थर ना मत्था मारिया, ये ਉਹਦਾ मतलब कोई नहीं, उन्हें ਉੱਥੇ ਦਾ ਉੱਥੇ ही रहना। पर गई भूम बेकार, और कहते वो धरती बेकार ही चलिया गया समा, वो विचारधारा व्यर्थ चली गई। गल कही सुनाई समझाई व्यर्थ चली गई, जदों हिरदे दे विच वो टकाई नहीं, भावना बनी नहीं, वो शरधा तो ही न कहते बिन संगत इयों मानई, बिना संगत तो इयों मानो ओनू, उस हिरदे नू, उस धरती नू किवें कहते होए गई पटशार। पट मचदा होवे, भट्ठी मच रही होवे, ਉਹਦੇ ਵਿੱਚ कोई सिट देइए, वो सड़ के स्वाह हो जाता है। महाराज कबीर साहब कहते निशरदक हीने, भावना तो हिरदे हीने, रब दे प्रेम तो खाली हिरदे। महाराज कहते उन्होंने गुरु की गल सुनाओ, उपदेश सुनाओ, उन्होंने स्वाह करके धर देना है, मतलब कोई नहीं। वो भट्ठी दे विच सिट देन दी नुमै महाराज साहब कहते जे किसी अधिकारी नूं सुनाएगा ना, वो संभाल के रखेगा, गुरु का बचन उन्होंने चेते रहेगा, तो उहदे मुतलक चलन का वो जतन करेगा। महाराज फिर इसे गल नूं दोहराउंदे ने, कबीर निर्मल बूंद आकाश की लेनी भूम मिलाए। कहते जिहड़ी निर्मल मैल तो रहत, मैल नूं कट देण वाली बूंद है प्रभु की बख्शिश, कतरा है उहदी बख्शिश रहमत दा, वो आकाश दे विच जिहड़ी उथों आई आ। महाराज कहते लीनी भूम मिलाए, जिहड़े भावना वाले ने हिरदे विच मिला लई, गल बचन विचार धारण कर लई, हिरदे विच वसा लई। कहते फिर अनक सियाने पच गए, अनेकां सियाने कहते ने इनू अपने धर्म विच लै आईए, इस रास्ते तो दखेड़ देईए, इधरों इनू मोड़ देईए। कहते अपनियां सियानपां दा जोर ला ला के हंब गए। बड़े सियाने कबीर साहब नूं समझाउंदे रहे, कबीर साहब नूं लालच देंदे रहे। भगत नामदेव जी नूं और समय दे बादशाह ने बड़े दुख दिते। भगत कबीर जी नूं कदे हाथी अगे पंड बन के सिटिया, कदे गंगा दीयां लहरां विच सिटिया, और ये अपनी सियानप वरतदे रहे, इनू असलामियत विच लै आईए, ऐसा ना करे। पर वो ऐसी धरती दे अंदर बूंद डिगी आ, वो उपदेश टिकिया है, विचार टिकी है। हुण जोर भी ला लैन, धरती दे जर्रे जर्रे दे विचों सिंज गई है, रम गई है, मिलत हो गई है, ना निर्वारी जाए। हुण इन्हां दे जतन कीतियां भी वो राम कबीर नूं वखरा नहीं हो सकता, भगवान कबीर नूं वखरा नहीं हो सकता, वो निविरत नहीं हो सकता, वो दूरी नहीं बन सकती, क्योंकि हिरदे दे अंदर वो बूंद टिक गई है। महाराज कबीर साहब नूं किसी ने कहा, कह लगे आओ कबीर तुहानूं हज लै चलीए, हज करके आइए। महाराज कबीर साहब उहदे वल्ले तक के हस पे ते बचन कहन लगे, कहंदे कबीर हज काबे हों जाए था, आगे मिलिया खुदाए। कहंदे सजना मैं हज करन तुरिया जावां काबे दा, और उस काबे वाल नूं जद मैं तुरिया जावांगो मैनूं खुदा मिल गया। खुदा कहंदा कबीर दुनिया विच अज्ञान फैलिया होया है, तू किधर नूं चल पिया? कबीर साहब कहंदे जी मैं क्या बई दुनिया हज नूं ए जांदी है ते मैं भी हज करन चलिया आगे। और कहंदे मिलिया खुदाए, खुदा मिल पिया। ते खुदा ने फिर की किया? कहंदे साईं मुझ स्यों लड़ परिया, भगवान मेरे नाल लड़ पिया। कहंदा हद हो गई, तू भी ऐसा और भरम दे विच तुर पिया। साईं मुझ स्यों लड़ परिया, तुझे किन फरमाई गाए। साईं ने पूछा कबीरा तेरा मत है? कहंदा नहीं मेरा मत नहीं। कबीर साहब कहंदे
और साईं ने ये फरमा किया कि तुझे किन फरमाई गाए, तुझे तेनू किन किन्ने फरमाई गाए। ये गल किसने तेनू कही कि रब काबे विच ही मिलना है, रब उथे ही मिलना है, खुदा होर किते मिलना ही नहीं। तेनू कबीरा है किने कही? ते कबीर साहब मेहर करदे ने, कहंदे फिर अगो बचन जदों कीते, कबीर हज काबे होए होए गया केती बार कबीर। कबीर साहब कहंदे सजना काबे जान दी लोड़ नहीं, और काबे दे दीदार काबे दा हज इथों हो जाता है, और काबा इथे ही आ जाता है। मुसलमान आ सलामियत शरा दे अंदर एक बीबी हुई आ, उन्होंने राबिया कहा जाता सी, शायद अगे भी मैं गल सुनाई होवे और टुकदी गल गल पकड़ विच आ जाएगी। वो राबिया जिहड़ी सी बड़ी बंदगी वाली बेबे दे रूह सी ते बड़ी परमात्मा प्रस्त पाक हिरदा सी। ते वो कुराने पाक की तलावत करदी, कुरान शरीफ जिहड़ा है आप भी उन्होंने याद सी ते दूजियां नूं सुणांदी सी उहदी विचारधारा। लोग उन्होंने कहते सन ये राबिया पागल, राबिया नूं अकल कोई नहीं, राबिया जाहिल है, इनू कोई पता नहीं, उलटे काम कर दी है, दीवान सजा के बैठ जाती है, लोगों को अपने कोल बिठाई बैठती है, इनू कोई अकल नहीं। इथों तक दुनिया के सियाणियां ने उहदे नूं नाता तोड़ लिया। राबिया दे कोल जिन्ने आउंदे सन फकीर आउंदे सन, पीर आउंदे सन तलावत सुनने वास्ते, उन्हां विच एक हसन फकीर आया करदा सी। हसन हसन फकीर एक दिन कहन लगा, राबिया चल तेनों हज लै चलीए, हज करके आईए। जिन्हों महाराज कबीर साहब कहन लगे ने चल हज करके आईए। राबिया कहती हसन बंदगी कर, अल्लाह पाक नूं हिरदे च प्रगट कर, यही हज है। पाक आवे, पाकता आवे, पवित्रता आवे, तेरे बोल पवित्र, तेरा चलना पवित्र, सुनना पवित्र हो जावे। ये पाक पवित्र हिरदे दे अंदर परमात्मा अल्लाह जिहड़ा है वो पाक अल्लाह पाक प्रगट हो जाएगा, हज हो जाएगा। कहंदा नहीं राबिया, जदों ना हटिया ना, शाम का त्रिकालां दा समा सी, सतसंगियां ने आउणा सी, वो बचन सुनने वास्ते, वो कथा सुनने वास्ते, वो विचार सुनने वास्ते, वो बंदगी सुनने वास्ते इकट्ठे होए। अज राबिया ने की कीता है, और आउंदियां नूं चौराहे दे विच लैट जगदी पई है, राबिया कट्ठा फूलदी पई है। जिधरों हसन फकीर आंदे सी, जिहड़ा उहदे घर नूं रस्ता आंदा सी, लोग कुछ बैठे ने सतसंगत वाली जगह ते, इन्ने नूं हसन फकीर आ गया, राबिया चल तलावत दा समा हो गया है, तू सानू रब दे बचन सुना, इत्थे की करदी? कहंदी हसन और मेरी एक सूई गवाच गई है, मैं वो भालदी हाँ। जद इन्ने बचन कहे ते हसन फकीर कहंदा राबिया समा अगेरे लंघदा जा रहा है, मैनू दस खां कित्थे को सूई डिगी आ, अंदाजा जिहा दस, मैं भी तेरे नाल लभा देवां। सूई लभ गई, तू सुनाएंगी, असीं रब दी गल सुनांगे, सारियां दा समा सफला हो जाएगा। मैनू राबिया दस खां और सूई कित्थे को डिगी आ? ते राबिया कहंदी हसन सूई मेरे घर दे कमरे विच डिगी आ, उथे चानना कोई नहीं सी, इथे चराहे विच चानना सी, मैं आके इथे भालन लग पई। ते जिहड़ा हसन फकीर सी ना, मत्थे नूं हथ मार के खिड़खड़ा के हसिया, कहंदी हसन मैं तेनू क्या सूई घर दे कमरे विच डिगी आ, उथे हनेरा ही हनेरा है, ते मैं इथे चानना करके चौराहे विच सूई भालदी पईयां, ते तू हसन लग पिया। कहंदा राबिया लोग कहंदे सन तू पागल, तू झल्ली, तेनू अकल कोई नहीं। कहंदा अज मैनू पूरा विश्वास हो गया राबिया, अज नहीं मैनू कोई शंका रही, पर मैं नहीं सा मनदा, अज मेरी शंका निवृत्त हो गई।
ਹਸਨ ਕਾਦੀ? ਕਹਿੰਦੇ ਸੂਈ ਤੇਰੇ ਘਰ ਵਿੱਚ ਝੱਲੀਏ ਡਿੱਗੀ ਆ, ਭਾਲਦੀ ਤੂੰ ਚੁਰਾਹੇ ਤੇ ਪਈਆਂ। ਹਸਨ ਇੱਥੇ ਚਾਨਣ ਹੈ। ਕਹਿੰਦੇ ਆਪਣੇ ਘਰ ਦੀਵਾ ਜਲਾ ਲੈ, ਆਪਣੇ ਕਮਰੇ 'ਚ ਦੀਵਾ ਜਲਾ, ਉਥੋਂ ਭਾਲ, ਇਥੋਂ ਸੂਈ ਕਿਵੇਂ ਮਿਲੇਗੀ? ਤੇ ਰਾਬੀਆ ਗੁੱਸੇ ਨਾਲ ਲਾਲ ਪੀਲੀ ਨਹੀਂ ਹੋਈ, ਕਹਿੰਦੀ ਹਸਨ ਤੈਨੂੰ ਵੀ ਮੈਂ ਇਹੀ ਗੱਲ ਸਮਝਾਉਂਦੀ ਆ ਰਹੀ ਸਾਂ, ਆਪਣੇ ਅੰਦਰ ਦੀਵਾ ਬਾਲ, ਚੁਰਾਹੇ 'ਚ ਚਾਨਣ ਲੈਣ ਨਾ ਜਾ, ਚੁਰਾਹੇ ਦੇ ਚਾਨਣ ਵੱਲੇ ਨਾ ਵੇਖ, ਭਗਵਾਨ ਅੱਲਾਹ ਪਾਕ ਤੇਰੇ ਅੰਦਰੋਂ ਮਿਲਣਾ ਹੈ। ਹਸਨ ਅੰਦਰ ਦੀਵਾ ਜਗਾ, ਅੰਦਰ ਤੇਰਾ ਅੰਧਕਾਰ ਨਾਲ ਭਰਿਆ। ਤੇ ਜਿਹੜਾ ਖਿੜਖੜਾ ਕੇ ਹੱਸਿਆ ਸੀ ਨਾ, ਦੜ ਕਰਕੇ ਰਾਬੀਆ ਦੇ ਚਰਨਾਂ ਤੇ ਡਿੱਗ ਪਿਆ। ਮਹਾਰਾਜ ਕਬੀਰ ਸਾਹਿਬ ਕਹਿੰਦੇ ਉਹਨੂੰ ਸਵਾਲ ਕਰਨ ਵਾਲੇ ਨੂੰ, ਕਹਿੰਦੇ ਸਾਈਂ ਜਿਹੜਾ ਸੀ ਕਹਿੰਦਾ ਤੂੰ ਕਿੱਧਰ ਤੁਰਿਆ ਫਿਰਦਾ? ਭਗਵਾਨ ਦਾ ਕਾਬਾ ਤੇਰੇ ਅੰਦਰ ਏ, ਚਾਨਣ ਕਰ, ਦੀਵਾ ਜਲਾ ਨਾਮ ਦਾ, ਅੰਦਰ ਤੇਰੇ ਸਾਈਂ ਪ੍ਰਗਟ ਹੈ। ਬੁਝੇ ਬੁਲੰਤੀ ਨਾ ਹੈ, ਕਹਿੰਦੇ ਰੱਬ ਦੇ ਨਾਮ ਨਾਲ ਅੱਗ ਮੱਚਦੀ ਈਰਖਾ ਦੀ ਬੁਝ ਜਾਵੇਗੀ, ਚਾਨਣਾ ਹੋ ਜਾਏਗਾ। ਕਹਿੰਦੇ ਕਬੀਰ ਹਜ ਕਾਬੇ ਹੋਏ ਗਿਆ, ਕੇਤੀ ਬਾਰ ਕਬੀਰ। ਕਬੀਰ ਸਾਹਿਬ ਕਹਿੰਦੇ ਹਜ ਕਿੰਨੀ ਵੇਰ ਹੋ ਗਿਆ, ਕਿੰਨੀ ਵੇਰੀ ਹਜ ਕਰ ਲਿਆ। ਹਾਜੇ ਭਗਵਾਨ ਦੇ ਦੀਦਾਰ ਕਰਨੇ, ਭਗਵਾਨ ਨਾਲ ਬਾਤਾਂ ਕਰਨੀਆਂ, ਭਗਵਾਨ ਨੂੰ ਸਾਖਸ਼ਾਤ ਰੂਪ ਅੰਦਰ ਜਾਣਿਆ। ਔਰ ਕਹਿੰਦੇ ਕੇਤੀ ਬਾਰ ਕਬੀਰ, ਕਿੰਨੀ ਵਾਰੀ ਹਜ ਹੋ ਗਿਆ। ਸਾਈਂ ਮੁਝ ਮੈਂ ਕਿਆ ਖਤਾ, ਮੁਖੋਂ ਨਾ ਬੋਲੇ ਹੈ ਪੀਰ। हे ਸਾਈਂ ਭਗਵਾਨ ਮੁਝ ਮੈਂ ਕਿਆ ਖਤਾ, ਖਤਾ ਮੈਂ ਨਾ ਗੁਨਾਹ ਹੁੰਦਾ ਹੈ, ਮੇਰੇ ਵਿੱਚ ਕਿਹੜਾ ਗੁਨਾਹ ਹੈ? ਮਹਾਰਾਜ ਮੁਖੋਂ ਨਾ ਬੋਲੇ ਪੀਰ, ਭਗਵਾਨ ਹਿਰਦੇ ਦੇ ਅੰਦਰ ਪ੍ਰਗਟ ਕਿਉਂ ਨਹੀਂ ਹੋਇਆ? ਭਗਵਾਨ ਦੇਦਾਰ ਕਿਉਂ ਨਹੀਂ ਹੋਇਆ? ਮੁਖ ਤੋਂ ਭਗਵਾਨ ਨੂੰ ਆਰਾਧ, ਬਚਨ ਭਗਵਾਨ ਤੂੰ ਕਿਉਂ ਨਹੀਂ ਮੇਰੇ ਨਾਲ ਕਰਦਾ? ਮੇਰੇ ਵਿੱਚ ਐਸਾ ਕਿਹੜਾ ਗੁਨਾਹ ਹੈ ਮੈਂ ਉਹ ਗੁਨਾਹ ਦੂਰ ਕਰ ਸਕਾਂ? ਮੁਖੋਂ ਬੋਲ ਕੇ ਮੈਨੂੰ ਜਿਹੜਾ ਹੈ ਉਹ ਤੁਸੀਂ ਗੁਨਾਹ ਦੱਸਣਾ ਕਰੋ, ਜਿਹਦੇ ਨਾਲ ਮੈਂ ਗੁਸਤਾਖੀ ਦੂਰ ਕਰਾਂ ਤੇ ਤੁਹਾਡੇ ਚਰਨਾਂ ਨਾਲ ਮੇਰੀ ਬਣ ਆਵੇ। ਮਹਾਰਾਜ ਕਹਿੰਦੇ ਅੰਦਰ ਨੂੰ ਪਾਕ ਕਰ, ਪਵਿੱਤਰ ਕਰ, ਅੰਦਰ ਆਰਾਧਨਾ ਕਰ, ਅੰਦਰ ਦੀਵਾ ਬਾਲ, ਤੇਰੇ ਹਿਰਦੇ ਦੇ ਅੰਦਰ ਹਨੇਰਾ ਹੈ, ਰੱਬ ਬਾਹਰ ਨਾ ਭਾਲ, ਰੱਬ ਤੇਰੇ ਅੰਦਰ ਹੀ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਿਹੜੀ ਇਹਨਾਂ ਦੀ ਵਿਚਾਰ ਪਾਕ ਗ੍ਰੰਥਾਂ ਦੀ ਏ, ਉਹਨੂੰ ਹਿਰਦੇ ਅੰਦਰ ਵਸਾ, ਨਾਮ ਜਪ, ਪਾਪਾਂ ਵਾਲੀ ਤੇਰੀ ਮਤ ਨੂੰ ਨਿਗਲ ਜਾਏਗੀ, ਗੁਰਮਤ ਖਤਮ ਕਰ ਦੇਗੀ। ਤਾਂ ਹੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਂ ਪੈ ਨਾਵੈ ਕੈ ਰੰਗ। ਨਾਮ ਜਪੇਗਾ ਉਹ ਧੁੱਪ ਜਾਏਗੀ, ਉਹਨੂੰ ਗੁਰਮਤ ਨਿਗਲ ਜਾਏਗੀ, ਗੁਰੂ ਨਿਗਲ ਜਾਏਗਾ, ਤੇਰੇ ਅੰਦਰ ਪ੍ਰਕਾਸ਼ ਦੇਵੇਗਾ। ਉਹਨੂੰ ਜਪਣ ਦਾ ਯਤਨ ਕਰੀਏ। ਜੋ ਵਿਚਾਰਧਾਰਾ ਸੁਣਦੇ ਆ, ਕੁਝ ਨਾ ਕੁਝ ਬਿਤਾਓ, ਉਹਨੂੰ ਹਿਰਦੇ 'ਚ ਵਸਾਉਣ ਦਾ ਯਤਨ ਕਰੀਏ। ਫਿਰ ਸਾਡਾ ਆਇਆ ਹੋਇਆ ਸਫਲਾ ਹੋਣਾ ਹੈ, ਫਿਰ ਜੀਵਨ ਸਫਲਾ ਹੋਣਾ ਹੈ। ਘਰਾਂ ਵਿੱਚ ਸੰਗਤ ਜੀ ਬਾਣੀ ਵੱਧ ਤੋਂ ਵੱਧ ਪੜ੍ਹਿਆ ਕਰੋ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਇਹ ਸਮਝ ਲਓ ਜਿਵੇਂ ਇੱਕ ਵਿਦਿਆਲਾ ਹੁੰਦਾ ਹੈ ਨਾ, ਉੱਥੇ ਲੈਕਚਰ ਲਾਇਆ ਜਾਂਦਾ ਹੈ, ਵਾਰ-ਵਾਰ ਵਿਦਿਆਰਥੀ ਨੂੰ ਦਰਸਾਇਆ ਜਾਂਦਾ ਹੈ। ਜੇ ਉਹ ਘਰੇ ਜਾ ਕੇ ਰਿਪੀਟ ਨਾ ਕਰੇ ਤੇ ਉਹ ਉਹਨਾਂ ਪੇਪਰਾਂ 'ਚੋਂ ਪਾਸ ਨਹੀਂ ਹੋਵੇਗਾ, ਉਹਦੇ ਪੱਲੇ ਕੁਝ ਨਹੀਂ ਪਏਗਾ। ਅਸੀਂ ਇੱਥੇ ਗੁਰੂ ਕੋਲ ਆਨੇ, ਸਤ ਸੰਗਤ 'ਚ ਆਨੇ, ਗੁਰੂ ਰੋਜ਼ ਸਾਨੂੰ ਬਚਨ ਦੱਸਦੇ ਆ, ਕੁਝ ਨਾ ਕੁਝ ਘਰੀ ਰਿਪੀਟ ਕਰਿਆ ਕਰੀਏ। ਘਰਾਂ ਦਾ ਮਾਹੌਲ ਇਹੋ ਜਿਹਾ ਹੋ ਜਾਵੇ, ਹਿਰਦਿਆਂ ਦਾ ਮਾਹੌਲ ਇਹੋ ਜਿਹਾ ਬਣ ਜਾਵੇ, ਗੁਰੂ ਦਾ ਅੰਦਰ ਵਾਸਾ ਹੋਵੇ। ਸਾਡਾ ਆ ਸਫਲਾ ਸਾਹਿਬ ਦੇ ਬਚਨ ਜਾਣ ਕੇ ਗੁਰੂ ਕੀ ਸੰਗਤ ਨੇ ਹਿਰਦਿਆਂ ਅੰਦਰ ਵਸਾਵਨੇ, ਔਰ ਦਾਸ ਨੂੰ ਆਪ ਸੰਗਤ ਦੇ ਦਰ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੂਕਰ ਜਾਨ ਮੁਆਫ ਕਰਨਾ। ਕੱਲ ਕੁਝ ਸਿੱਧ ਢਿੱਲੀ ਹੋਣ ਕਰਕੇ ਆਪ ਨਾਲ ਗੁਰੂ ਕੇ ਬਚਨਾਂ ਦੀ ਸਾਂਝ ਨਹੀਂ ਪਾ ਸਕਿਆ। ਸਤਿਗੁਰੂ ਕਿਰਪਾ ਕਰਨ, ਆਪ ਸੰਗਤ ਨੇ ਕਿਰਪਾ ਕਰਨੀ, ਅੱਗੇ ਤੋਂ ਸਿਹਤ ਜਾਪੀ ਬਖਸ਼ਿਸ਼ ਕਰਨ, ਜੋ ਆਪ ਸੰਗਤਾਂ ਦੀ ਸੇਵਾ, ਸਤਿਗੁਰੂ ਦੀ ਬਾਣੀ ਦੀ ਸੇਵਾ ਕਰਦੇ ਰਹੀਏ। ਇਹਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।